ਹੈਲੋ ਆਇਲਸ ਐਸਪੀਰੈਂਟਸ, ਟੀਮ ਆਇਲਸ ਕੋਚ ਦੁਬਾਰਾ ਹਾਜ਼ਰ ਹੈ ਤੁਹਾਡੇ ਕੋਲ ਇੱਕ ਨਵੀਂ ਵੀਡੀਓ ਲੈ ਕੇ। ਜਿਵੇਂ ਅਸੀਂ ਪਿਛਲੀ ਵੀਡੀਓ ਦੇ ਵਿੱਚ ਪ੍ਰੋਮਿਸ ਕੀਤਾ ਸੀ ਤੁਹਾਨੂੰ, ਸੋ ਇਹ ਜਿਹੜੀ ਵੀਡੀਓ ਹੈ ਕਾਹਦੇ ਤੇ ਬੇਸਡ ਆ ਕਿ ਤੁਸੀਂ ਕਿਸ ਤਰ੍ਹਾਂ ਆਇਲਸ ਸਪੀਕਿੰਗ ਇੰਟਰਵਿਊ ਨੂੰ ਹੋਰ ਵੀ ਜ਼ਿਆਦਾ ਇਫੈਕਟਿਵ ਦਿਖਾ ਸਕਦੇ ਹੋ ਐਗਜ਼ਾਮੀਨਰ ਨੂੰ, ਆਪਣੀ ਹੈਜ਼ੀਟੇਸ਼ਨ ਨੂੰ ਕੰਟਰੋਲ ਕਰਕੇ। ਜਦੋਂ ਵੀ ਕੋਈ ਵੀ ਇੰਟਰਵਿਊ ਦੇਣ ਲਈ ਜਾਂਦਾ, ਸਭ ਤੋਂ ਵੱਡੀ ਪ੍ਰੋਬਲਮ ਉਸ ਪਰਸਨ ਨੂੰ ਇਹ ਆਉਂਦੀ ਹੈ, ਉਹਨੂੰ ਇਹ ਨਹੀਂ ਸਮਝ ਲੱਗਦੀ ਕਿ ਸਭ ਕੁਝ ਆਉਂਦੇ ਹੋਏ ਵੀ ਮੈਂ ਡਰ ਕਿਉਂ ਰਿਹਾ। ਸੋ ਇਹ ਹੁੰਦੀ ਹੈਜ਼ੀਟੇਸ਼ਨ। ਸੋ ਇਸ ਚੀਜ਼ ਨੂੰ ਕੰਟਰੋਲ ਕਰਨ ਦੇ ਲਈ ਕੁਝ ਆਮ ਜਿਹੇ ਟਿਪਸ ਨੇ ਜਿਹੜੀਆਂ ਕਿ ਮੈਂ ਬਹੁਤ ਬੇਸਿਕ ਲੈਵਲ ਤੋਂ ਜਾ ਕੇ ਦਊਂਗੀ। ਮੈਂ ਬਿਲਕੁਲ ਵੀ ਫੋਕਸ ਨਹੀਂ ਕਰੂੰਗੀ ਬਹੁਤ ਜ਼ਿਆਦਾ ਐਡਵਾਂਸ ਚੀਜ਼ਾਂ ਦੇ ਉੱਤੇ, ਕਿਉਂਕਿ ਉਹ ਤੁਹਾਨੂੰ ਹਰ ਜਗ੍ਹਾ ਤੋਂ ਹੀ ਮਿਲ ਜਾਣਗੀਆਂ। ਸੋ ਮੈਂ ਸਟਾਰਟ ਕਰੂੰਗੀ ਕੁਝ ਕੁ ਬੇਸਿਕ ਫੈਕਟਰਸ ਦੇ ਨਾਲ ਜਿਹੜੇ ਕਿ ਰਿਕੁਆਇਰਡ ਹੁੰਦੇ ਨੇ ਆਪਣੀ ਹੈਜ਼ੀਟੇਸ਼ਨ ਨੂੰ ਕੰਟਰੋਲ ਕਰਨ ਦੇ ਲਈ। ਜਦੋਂ ਵੀ ਆਪਾਂ ਕਿਸੇ ਵੀ ਪ੍ਰੋਬਲਮ ਨੂੰ ਕੰਟਰੋਲ ਕਰਨਾ ਹੁੰਦਾ ਜਾਂ ਕਿਸੇ ਵੀ ਪ੍ਰੋਬਲਮ ਨੂੰ ਸੋਲਵ ਕਰਨਾ ਹੁੰਦਾ, ਆਪਾਂ ਨੂੰ ਉਹਦੇ ਰੂਟ ਕਾਜ਼ ਪਤਾ ਹੋਣੀ ਜ਼ਰੂਰੀ ਹੈ। ਸੋ ਇਸ ਵਿੱਚ ਵੀ ਸੇਮ ਹੀ ਚੀਜ਼ ਆ, ਆਪਾਂ ਨੂੰ ਦੋ ਇੱਦਾਂ ਦੇ ਫੈਕਟਰਸ ਪਤਾ ਹੋਣੇ ਜ਼ਰੂਰੀ ਹੈ ਜਿਹਦੇ ਬੇਸ ਤੇ ਐਗਜ਼ਾਮੀਨਰ ਤੁਹਾਨੂੰ ਇਵੈਲੂਏਟ ਕਰਦਾ। ਓਕੇ, ਬਹੁਤ ਸਾਰੇ ਲੋਕਾਂ ਨੂੰ ਇਹ ਲੱਗੂਗਾ ਵੀ 4 ਫੈਕਟਰਸ ਹੁੰਦੇ ਨੇ TRCC, LR, GRA, ਪਰ ਮੈਂ ਉਹਨਾਂ ਤੇ ਫੋਕਸ ਨਹੀਂ ਕਰ ਰਹੀ ਜਿਵੇਂ ਕਿ ਉਹ ਹਰ ਜਗ੍ਹਾ ਹੀ ਦੱਸੇ ਜਾਂਦੇ ਨੇ। ਪਰ ਮੇਰੇ ਅਕੋਰਡਿੰਗ ਮੇਜਰ 2 ਫੈਕਟਰ ਨੇ ਜਿਨ੍ਹਾਂ ਨੂੰ ਤੁਸੀਂ ਸਮਝ ਲਓ ਤਾਂ ਤੁਸੀਂ ਸਕਸੈਸਫੁਲ ਹੋ। ਸੋ ਮੇਰਾ ਪਹਿਲਾ ਫੈਕਟਰ ਮੈਂ ਕਹੂੰਗੀ ਅੰਡਰਸਟੈਂਡਿੰਗ। ਤੁਹਾਡੇ ਤੇ ਐਗਜ਼ਾਮੀਨਰ ਦੇ ਵਿੱਚ ਇੱਕ ਅੰਡਰਸਟੈਂਡਿੰਗ ਹੋਣੀ ਚਾਹੀਦੀ ਆ। ਅੰਡਰਸਟੈਂਡਿੰਗ ਤੋਂ ਮੇਰਾ ਇਹੀ ਮਤਲਬ ਆ ਕਿ ਜੋ ਤੁਹਾਡਾ ਐਗਜ਼ਾਮੀਨਰ ਆ ਉਹਨੂੰ ਸਮਝ ਆਉਣਾ ਚਾਹੀਦਾ ਤੁਸੀਂ ਕਹਿ ਕੀ ਰਹੇ ਹੋ। ਸੇਮ ਤੁਹਾਡੇ ਕੇਸ ਦੇ ਵਿੱਚ ਯੂ ਸ਼ੁੱਡ ਬੀ ਏਬਲ ਟੂ ਅੰਡਰਸਟੈਂਡ ਯੂਰ ਕੁਐਸਚਨ ਪ੍ਰੋਪਰਲੀ। ਬਹੁਤ ਸਾਰੇ ਕੇਸਿਸ ਦੇ ਵਿੱਚ ਲਾਈਕ ਇਨ ਥੀਸ ਡੇਜ਼ ਵੀ ਡੂ ਵੇਅਰ ਮਾਸਕ। ਅਸੀਂ ਜਦੋਂ ਵੀ ਆਫਲਾਈਨ ਇੰਟਰਵਿਊ ਲਈ ਜਾਂਦੇ ਹਾਂ ਅਸੀਂ ਜਨਰਲੀ ਮਾਸਕ ਪਾਉਂਦੇ ਹਾਂ। ਆਨਲਾਈਨ ਦੇ ਕੇਸ ਦੇ ਵਿੱਚ ਕਦੇ ਕੋਈ ਮਸ਼ੀਨਰੀ ਦਾ ਮਾਲ ਫੰਕਸ਼ਨਿੰਗ ਹੋ ਜਾਂਦੀ ਆ। ਸੋ ਉਸ ਕੇਸ ਦੇ ਵਿੱਚ ਵੀ ਚਾਂਸਿਸ ਹੈਗੇ ਨੇ ਵੀ ਕੁਐਸਚਨਸ ਮਿਸ ਅੰਡਰਸਟੂਡ ਹੋ ਜਾਣ। ਸੋ ਉਸ ਟਾਈਮ ਦੇ ਉੱਤੇ ਤੁਸੀਂ ਐਗਜ਼ਾਮੀਨਰ ਨੂੰ ਪਲੀਜ਼ ਦੁਬਾਰਾ ਪੁੱਛ ਲਿਆ ਕਰੋ। ਲਾਈਕ ਕੁਐਸਚਨ ਰਿਪੀਟ ਕਰਨ ਨੂੰ ਤੁਸੀਂ ਕਹਿ ਸਕਦੇ ਹੋ। ਇਹ ਕੋਈ ਰੌਕਟ ਸਾਇੰਸ ਨਹੀਂ ਹੈ ਕਿ ਉਹ ਤੁਹਾਨੂੰ ਕੁਝ ਕਹਿ ਦੂ ਜਾਂ ਤੁਹਾਨੂੰ ਡਰਨ ਦੀ ਲੋੜ ਆ। ਯੂ ਕੈਨ ਫਾਈਨ। ਸੋ ਹਮੇਸ਼ਾ ਆਪਣੇ ਕੁਐਸਚਨ ਦਾ ਆਨਸਰ ਦੇਣ ਤੋਂ ਪਹਿਲਾਂ ਅੰਡਰਸਟੈਂਡ ਯੋਰ ਕੁਐਸਚਨ, ਕਿਉਂਕਿ ਇੱਕ ਰੋਂਗ ਆਨਸਰ ਤੁਹਾਡਾ ਸਕੋਰ ਘਟਾ ਸਕਦਾ। ਓਕੇ, ਇਹ ਸੀ ਪਹਿਲਾ ਫੈਕਟਰ ਅੰਡਰਸਟੈਂਡਿੰਗ। ਤੁਹਾਡਾ ਹੈ ਕੌਨਫੀਡੈਂਸ, ਜੋ ਕਿ ਤੁਹਾਡੇ ਵਿੱਚ ਹੋਣਾ ਬਹੁਤ ਜ਼ਰੂਰੀ ਆ, ਤੁਹਾਡੀ ਨੋਰਮਲ ਲਾਈਫ ਦੇ ਵਿੱਚ ਵੀ ਤੇ ਆਇਲਸ ਦੇ ਵਿੱਚ ਵੀ। ਜੋ ਵੀ ਤੁਹਾਡੇ ਆਨਸਰਸ ਨੇ ਉਹ ਬਹੁਤ ਕਲੀਅਰ ਹੋਣੇ ਚਾਹੀਦੇ ਨੇ, ਪਲੱਸ ਤੁਸੀਂ ਉਹਨਾਂ ਨੂੰ ਪ੍ਰੋਪਰਲੀ ਕੌਨਫੀਡੈਂਟ ਰਹਿ ਕੇ ਪ੍ਰੈਜ਼ੈਂਟ ਕਰੋ, ਫਿਰ ਉਹ ਇਫੈਕਟਿਵ ਲੱਗਦੇ ਨੇ। ਇਨ ਕੇਸ ਯੂ ਆਰ ਅੰਡਰ ਕੌਨਫੀਡੈਂਟ, ਐਗਜ਼ਾਮੀਨਰ ਵਿਲ ਸ਼ੋਰਲੀ ਡਿਡਕਟ ਯੂਰ ਸਕੋਰਸ। ਓਕੇ, ਸੋ ਕੌਨਫੀਡੈਂਟ ਰਹਿਣ ਦਾ ਇੱਕ ਸਭ ਤੋਂ ਵਧੀਆ ਤਰੀਕਾ ਕੀ ਆ? ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਆਪ ਨੂੰ ਕਾਮ ਐਂਡ ਕੰਪੋਸਡ ਰੱਖੋ। ਤੁਸੀਂ ਇੱਕ ਇੰਟਰਵਿਊ ਦੇਣ ਜਾ ਰਹੇ ਹੋ, ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਨਾ ਤਾਂ ਤੁਸੀਂ ਐਗਜ਼ਾਮੀਨਰ ਨੂੰ ਦੁਬਾਰਾ ਮਿਲਣਾ, ਠੀਕ ਹੈ, ਨਾ ਹੀ ਮੈਂ ਇਹ ਵਿਸ਼ ਕਰਦੀ ਹਾਂ ਕਿਸੇ ਨੂੰ ਦੂਸਰੀ ਵਾਰ ਪੇਪਰ ਦੇਣ ਵੀ ਜਾਣਾ ਪਵੇ। ਫਸਟ ਅਟੈਂਪਟ ਹੀ ਸਭ ਦਾ ਕਲੀਅਰ ਹੋ ਜੇ। ਸੋ ਆਲਵੇਜ਼ ਬੀ ਕੌਨਫੀਡੈਂਟ। ਕੋਈ ਡਰਨ ਦੀ ਲੋੜ ਨਹੀਂ ਹੈ, ਤੁਹਾਨੂੰ ਸਭ ਕੁਝ ਹੀ ਆਉਂਦਾ। ਇਹ ਮੰਨ ਕੇ ਚੱਲੋ ਸਾਹਮਣੇ ਵਾਲੇ ਬੰਦੇ ਨੂੰ ਕੁਝ ਨਹੀਂ ਆਉਂਦਾ ਤੁਹਾਡੇ ਲਈ। ਹੀ ਇਜ਼ ਕੰਪਲੀਟਲੀ ਇਮੈਚੁਰ ਐਂਡ ਯੂ ਆਰ ਐਕਸਪਰਟ। ਸੋ ਇਹ ਚੀਜ਼ ਤੁਹਾਡੇ ਦਿਮਾਗ 'ਚ ਹੋਣੀ ਚਾਹੀਦੀ ਹੈ। ਓਕੇ, ਸੋ 2 ਫੈਕਟਰਸ ਨੂੰ ਤੁਸੀਂ ਪ੍ਰੋਪਰਲੀ ਕੰਬਾਈਨ ਕਰਨਾ, ਅੰਡਰਸਟੈਂਡਿੰਗ ਤੇ ਕੌਨਫੀਡੈਂਸ। ਸੋ ਇਹਨਾਂ ਦੋਨਾਂ ਚੀਜ਼ਾਂ ਨੂੰ ਪ੍ਰੋਪਰਲੀ ਅੰਡਰਸਟੈਂਡ ਕਰਨ ਦੇ ਲਈ ਮੈਂ ਇੱਕ ਐਗਜ਼ਾਮਪਲ ਸ਼ੇਅਰ ਕਰੂੰਗੀ ਇੱਕ ਕੁਐਸਚਨ ਦੀ ਫਾਰਮ ਦੇ ਵਿੱਚ। ਕਦੇ ਆਪਾਂ ਨੂੰ ਇੱਦਾਂ ਦੇ ਕੁਐਸਚਨਸ ਆ ਜਾਂਦੇ ਨੇ ਜਿਨ੍ਹਾਂ ਦਾ ਆਨਸਰ ਦੇਣਾ ਆਪਾਂ ਨੂੰ ਥੋੜ੍ਹਾ ਜਿਹਾ ਟਫ ਲੱਗਦਾ। ਟਫ ਵੀ ਨਹੀਂ ਇਨ ਦਾ ਸੈਂਸ ਵੀ ਫੀਲ ਲਾਈਕ ਕਿ ਇਹ ਜਿਹੜੇ ਕੁਐਸਚਨਸ ਨੇ ਇਹ ਕਿੰਨੇ ਅਟਪਟੇ ਨੇ। ਸੋ ਇਸ ਕੇਸ ਦੇ ਵਿੱਚ ਤੁਸੀਂ ਖੁਦ ਨੂੰ ਫਰਕ ਨਹੀਂ ਪੈਣ ਦੇਣਾ, ਠੀਕ ਹੈ। ਸੋ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਆ, ਵੈਨ ਵਾਜ਼ ਦਾ ਫਸਟ ਟਾਈਮ ਯੂ ਗੇਵ ਗਿਫਟ ਟੂ ਸਮਵਨ। ਓਕੇ, ਲਾਸਟ ਟਾਈਮ ਦਾ ਤਾਂ ਮੈਨੂੰ ਲੱਗਦਾ ਸਾਰਿਆਂ ਨੂੰ ਯਾਦ ਹੁੰਦਾ, ਬਟ ਵੈਨ ਇਟ ਕਮਸ ਟੂ ਫਸਟ ਟਾਈਮ ਨੋ ਸਮਟਾਈਮਸ ਇਟਸ ਟਫ। ਸੋ ਇਸ ਟਾਈਮ ਤੇ ਇੱਕ ਜਿਹੜਾ ਵਧੀਆ ਸਪੀਕਰ ਆ ਉਹ ਸੋਚਾਂ 'ਚ ਨਹੀਂ ਪਊਗਾ, ਉਹ ਕੌਨਫੀਡੈਂਸ ਰੱਖੂਗਾ ਤੇ ਕੁਐਸਚਨ ਨੂੰ ਮੋਲਡ ਕਰਨ ਦੀ ਕੋਸ਼ਿਸ਼ ਕਰੂਗਾ, ਨਾ ਕਿ ਗਲਤ ਆਨਸਰ ਦੇਣ ਦੀ। ਸੋ ਉਹ ਇਸ ਹਿਸਾਬ ਨਾਲ ਆਨਸਰ ਦਊਗਾ ਕਿ ਉਹਦੀ ਗੱਲ ਵੀ ਰਹਿ ਜੇ ਜੋ ਸਮਝਦਾ ਆ ਤੇ ਆਨਸਰ ਵੀ ਐਗਜ਼ੈਕਟ ਹੋ ਜੇ। ਸੋ ਇੱਕ ਮੇਰੇ ਕੋਲ ਐਗਜ਼ਾਮਪਲ ਆ, ਤੁਹਾਨੂੰ ਵੀ ਨਹੀਂ ਯਾਦ, ਮੈਨੂੰ ਵੀ ਨਹੀਂ ਯਾਦ ਪਹਿਲਾਂ ਗਿਫਟ ਕਦੋਂ ਦਿੱਤਾ ਸੀ। ਸੋ ਇੱਕ ਸਿੰਪਲ ਜਿਹਾ ਆਨਸਰ ਆ, ਆਈ ਕੈਨ ਨਾਟ ਰਿਮੈਂਬਰ ਐਗਜ਼ੈਕਟਲੀ, ਆਈ ਥਿੰਕ 7 or 8 years back when I was in college, at that time I started exchanging gifts। ਸੋ ਇੱਕ ਇੱਦਾਂ ਦਾ ਆਨਸਰ ਹੈ ਜਿਹਦੇ ਵਿੱਚ ਤੁਸੀਂ ਐਗਜ਼ਾਮੀਨਰ ਨੂੰ ਆਨਸਰ ਵੀ ਦਿੱਤਾ, ਪਲੱਸ ਤੁਹਾਨੂੰ ਐਗਜ਼ੈਕਟਲੀ ਦੱਸਣ ਦੀ ਲੋੜ ਵੀ ਨਹੀਂ ਪਈ ਵੀ ਤੁਸੀਂ ਕਦੋਂ ਗਿਫਟ ਫਸਟ ਟਾਈਮ ਦਿੱਤਾ। ਸੋ ਇੱਕ ਰਾਊਂਡ ਫਿਗਰ ਜੀ ਦੇਤੀ, ਆਈਡੀਆ ਦੇਤਾ, ਪਲੱਸ ਜਿਹੜਾ ਤੁਹਾਡਾ ਆਨਸਰ ਹੈ ਫੁੱਲੀ ਇਲੈਬੋਰੇਟਡ ਆ। ਸੋ ਦਿਸ ਇਜ਼ ਆਲ ਐਨ ਐਗਜ਼ਾਮੀਨਰ ਵਾਂਟ ਫਰਮ ਯੂ। ਓਕੇ, ਸੋ
ਬੇਸਿਕ ਇਨਫੋਰਮੇਸ਼ਨ ਆਪਾਂ ਸਮਝ ਲਈ, ਉਸ ਤੋਂ ਬਾਅਦ ਹੁਣ ਆਪਾਂ ਦੇਖਣਾ ਆਪਾਂ ਕਰਨਾ ਕੀ ਹੈ, ਥਿੰਗਸ that are required to be remembered. So here are some simple things. First of all, your ideas should be simple. ਤੁਹਾਡੇ ideas ਬਹੁਤ simple ਹੋਣੇ ਚਾਹੀਦੇ ਆ but elaborated ਹੋਣੇ ਚਾਹੀਦੇ ਆ ਤਾਂ ਜੋ ਸਾਹਮਣੇ ਵਾਲੇ ਨੂੰ ਸਮਝ ਆਉਣ. Next, avoid ਕਰੋ crammed answers ਨੂੰ. ਜਿਹੜੇ ਬਹੁਤ ਸਾਰੇ ਇਦਾਂ ਦੇ ਕੁਝ ਇਨੀਸ਼ੀਏਟਿਵਸ ਹੁੰਦੇ ਆ ਜਿਹੜੇ ਬੱਚੇ ਯੂਜ਼ ਕਰਦੇ ਨੇ ਜਾਂ ਸਟੂਡੈਂਟਸ ਯੂਜ਼ ਕਰਦੇ ਨੇ ਜਾਂ ਕੋਈ ਵੀ ਐਸਪੀਰੈਂਟ ਯੂਜ਼ ਕਰਦਾ, ਠੀਕ ਹੈ, ਉਹਨਾਂ ਨੂੰ ਅਵੋਇਡ ਕਰੋ ਕਿਉਂਕਿ ਜੇ ਤੁਸੀਂ ਉਹਨਾਂ ਨੂੰ ਪ੍ਰੋਪਰਲੀ ਯੂਜ਼ ਨਹੀਂ ਕਰ ਪਾਏ, ਤੁਹਾਨੂੰ ਉਹਨਾਂ ਦੀ ਨੌਲੇਜ ਨਹੀਂ ਹੈਗੀ, ਦੈਨ ਉਹ ਖਰਾਬ ਹੋ ਜਾਊਗਾ ਤੁਹਾਡਾ ਆਨਸਰ. ਉਸ ਤੋਂ ਬਿਨਾਂ ਬੀ ਰੀਅਲਿਸਟਿਕ. ਤੁਹਾਡੇ ਜਿਹੜੇ ਆਨਸਰਸ ਨੇ ਨਾ ਉਹ ਰੀਅਲ ਹੋਣੇ ਚਾਹੀਦੇ ਆ. ਜੇ ਰੀਅਲ ਨਹੀਂ ਵੀ ਹੈਗੇ ਤਾਂ ਉਹਨੂੰ ਰੀਅਲ ਲੱਗਣੇ ਚਾਹੀਦੇ ਆ. ਸੋ ਆਨਸਰ ਇਦਾਂ ਦਾ ਹੋਵੇ ਵੀ ਉਹਦੇ ਵਿੱਚ ਕੁਛ ਨਾ ਕੁਛ ਰਿਐਲਿਟੀ ਹੋਵੇ. ਯੋਰ ਆਨਸਰ ਸ਼ੁੱਡ ਬੀ ਗਰਾਊਂਡਡ. ਬਹੁਤ ਜਦੋਂ ਆਪਾਂ ਗੱਲ ਨੂੰ ਵਧਾ ਚੜਾ ਕੇ ਕਰਨ ਦੀ ਕੋਸ਼ਿਸ਼ ਕਰਦੇ ਆ ਨਾ ਫਿਰ ਆਪਾਂ ਖਰਾਬ ਹੁੰਦੇ ਆ, ਠੀਕ ਹੈ. ਉਹਦਾ ਕਿਤੇ ਨਾ ਕਿਤੇ ਆਪਾਂ ਨੂੰ ਪੇ ਬੈਕ ਕਰਨਾ ਪੈਂਦਾ ਡਿਡਕਸ਼ਨ ਦੀ ਫਾਰਮ 'ਚ. ਓਕੇ, ਹਾਂਜੀ. ਹੁਣ ਹਮੇਸ਼ਾ ਇਦਾਂ ਕਹਿੰਦੇ ਹੁੰਦੇ ਨੇ ਵੀ ਜ਼ਰੂਰਤ ਦੀ ਚੀਜ਼ ਘੱਟ ਹੁੰਦੀ ਆ, ਐਕਸਟਰਾ ਚੀਜ਼ਾਂ ਵਾਲੀਆਂ ਹੁੰਦੀਆਂ ਨੇ. ਸੋ ਉਸੇ ਤਰ੍ਹਾਂ ਇੱਥੇ ਵੀ ਕੁਛ ਨਾ ਕੁਛ ਐਕਸਟਰਾ ਚੀਜ਼ਾਂ ਹੈਗੀਆਂ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਮਿਸਕਨਸੈਪਸ਼ਨਸ. ਇਹ ਜਿਹੜੀਆਂ ਮਿਸਕਨਸੈਪਸ਼ਨਸ ਨੇ ਨਾ ਇਹ ਕਿਤੇ ਨਾ ਕਿਤੇ ਤੁਹਾਡੀ ਆਇਲਸ ਸਪੀਕਿੰਗ ਸਕੋਰ ਨੂੰ ਨੈਗੇਟਿਵਲੀ ਇਫੈਕਟ ਕਰਦੀਆਂ ਨੇ. ਸੋ ਸਭ ਤੋਂ ਵੱਡੀ ਮਿਸਕਨਸੈਪਸ਼ਨ ਮੇਰੇ ਅਕੋਰਡਿੰਗ ਕੀ ਆ, ਕੁਛ ਕੁ ਐਸਪੀਰੈਂਟਸ ਆਇਲਸ ਐਸਪੀਰੈਂਟਸ ਇੱਦਾਂ ਸੋਚਦੇ ਨੇ ਵੀ ਜੇ ਉਹ ਨੈਗੇਟਿਵ ਆਨਸਰ ਦੇ ਦੇਣਗੇ ਦੈਨ ਉਹ ਕਿਤੇ ਨਾ ਕਿਤੇ ਅਗਲੇ ਆਨਸਰਸ ਦੇ ਵਿੱਚ ਇਫੈਕਟ ਹੋਣਗੇ, ਉਹਨਾਂ ਦੇ ਆਨਸਰਸ ਅਗਲੇ ਆਨਸਰਸ ਦੇ ਵਿੱਚ ਪ੍ਰੋਪਰਲੀ ਜਸਟੀਫਾਈਬਲ ਨਹੀਂ ਹੋਣਗੇ, ਜਸਟੀਫਿਕੇਸ਼ਨਸ ਮਿਸਿੰਗ ਹੋਣਗੀਆਂ. ਸੋ ਵਾਟ ਆਈ ਫੀਲ ਲਾਈਕ ਇਸ ਕੇਸ ਦੇ ਵਿੱਚ ਕਦੇ ਵੀ ਨੈਗੇਟਿਵ ਆਨਸਰਸ ਨੂੰ ਅਵੋਇਡ ਨਾ ਕਰੋ. ਜੇ ਤੁਹਾਨੂੰ ਕੋਈ ਚੀਜ਼ ਨਹੀਂ ਲੱਗਦੀ ਆ ਦੈਨ ਉਹਨੂੰ ਨਾ ਹੀ ਬੋਲੋ. ਨੈਗੇਟਿਵ ਆਨਸਰਸ ਆਰ ਆਲਵੇਜ਼ ਵੈਲਕਮਡ. ਬਹੁਤ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਤੁਸੀਂ ਸਹੀ ਦਿਖਾਉਣ ਦੇ ਕਰਕੇ ਕਹਿ ਦਿੰਦੇ ਹੋ ਕਿ ਹਾਂਜੀ ਤੁਸੀਂ ਇਹ ਕੀਤਾ ਐਂਡ ਦੈਨ ਤੁਸੀਂ ਫਿਰ ਅੱਗੇ ਚੱਲ ਕੇ ਕਿਤੇ ਨਾ ਕਿਤੇ ਡੀਮੈਰਿਟ ਚ ਆ ਜਾਂਦੇ ਹੋ. ਸੋ ਇਸ ਕੇਸ ਦੇ ਵਿੱਚ ਤੁਸੀਂ ਧਿਆਨ ਰੱਖਣਾ ਆ ਕਿ ਮਿਸਕਨਸੈਪਸ਼ਨ ਹੈ ਇਹ ਨੈਗੇਟਿਵ ਆਨਸਰਸ ਵੈਲਕਮ ਨੇ ਅੰਟਿਲ ਤੁਸੀਂ ਉਹਨਾਂ ਨੂੰ ਪ੍ਰੋਪਰਲੀ ਜਸਟੀਫਾਈ ਨਹੀਂ ਕਰਦੇ. ਜੇ ਤੁਸੀਂ ਉਹਨਾਂ ਨੂੰ ਜਸਟੀਫਾਈ ਨਹੀਂ ਕਰ ਪਾਉਂਦੇ ਫਿਰ ਤਾਂ ਪੋਜ਼ਿਟਿਵ ਵੀ ਨੈਗੇਟਿਵ ਆ. ਓਕੇ, ਸੋ ਹੁਣ ਆਪਾਂ ਸਪੀਕਿੰਗ ਨੂੰ ਇੱਕ ਈਜ਼ੀ ਤਰੀਕੇ ਨਾਲ ਸਮਝ ਚੁੱਕੇ ਹਾਂ. ਉਸ ਤੋਂ ਬਾਅਦ ਅਗਲੀ ਚੀਜ਼ ਕੀ ਆ, ਕੁਛ ਕੁ ਮੇਰੇ ਵੱਲੋਂ ਪ੍ਰੋ ਟਿਪਸ ਜਿਹੜੀਆਂ ਕਿ ਜੇ ਤੁਸੀਂ ਯੂਜ਼ ਕਰੋਗੇ ਤਾਂ ਵਧੀਆ ਰਹੂਗਾ ਤੁਹਾਡੇ ਲਈ. ਸਭ ਤੋਂ ਪਹਿਲਾਂ ਤਾਂ ਐਕਸਪ੍ਰੈਸ ਯੋਰਸੈਲਫ ਫੀਅਰਲੈਸਲੀ. ਤੁਹਾਡੇ ਜਿਹੜੇ ਆਨਸਰਸ ਨੇ ਬਿਨਾਂ ਡਰੇ ਤੁਸੀਂ ਪ੍ਰੋਪਰਲੀ ਦੇਣੇ ਆ ਬਟ ਫਾਰਮਲੀ ਦੇਣੇ ਆ. ਡੋਂਟ ਗੈਟ ਫਰੈਂਕ ਵਿਦ ਦ ਐਗਜ਼ਾਮੀਨਰ. ਯੂ ਡੋਂਟ ਨੀਡ ਟੂ ਫੀਲ ਫੀਅਰ ਬਟ ਬੀ ਰੀਅਲਿਸਟਿਕ ਐਂਡ ਐਗਜ਼ਾਮੀਨਰ ਨਾਲ ਫਰੈਂਕ ਨਹੀਂ ਹੋਣਾ. ਜੋ ਵੀ ਤੁਹਾਡੇ ਆਨਸਰਸ ਨੇ ਉਹਨਾਂ ਨੂੰ ਬਿਨਾਂ ਡਰੇ ਦੇਣਾ. ਇਸ ਤੋਂ ਨੈਕਸਟ ਟਿਪ ਮੇਰੀ ਇਹ ਰਹੂਗੀ ਕਿ ਤੁਸੀਂ ਕ੍ਰੈਮਡ ਵੋਕੈਬਲਰੀ ਯੂਜ਼ ਨਾ ਕਰੋ ਕਿਉਂਕਿ ਇੱਦਾਂ ਦੀ ਜਿਹੜੀ ਵੋਕੈਬਲਰੀ ਹੁੰਦੀ ਹੈ ਜੇ ਗਲਤ ਤਰੀਕੇ ਨਾਲ ਯੂਜ਼ ਹੋ ਜੇ ਤਾਂ ਤੁਹਾਡੀ ਸਕੋਰਿੰਗ ਬਹੁਤ ਜ਼ਿਆਦਾ ਘੱਟ ਜਾਂਦੀ ਆ, ਕਿਤੇ ਨਾ ਕਿਤੇ ਡੀਮੈਰਿਟ ਆ. ਐਂਡ ਇਸ ਤੋਂ ਬਾਅਦ ਇੱਕ ਹੋਰ ਜਿਹੜੀ ਟਿਪ ਜਿਹੜੀ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਆ, ਗੋ ਫॉर ਸਿੰਪਲ ਵੋਕੈਬਲਰੀ ਐਂਡ ਸਿੰਪਲ ਵਰਡਸ. ਐਗਜ਼ਾਮੀਨਰ ਹਾਈ ਫਾਈ ਵੋਕੈਬਲਰੀ ਡਿਮਾਂਡ ਨਹੀਂ ਕਰ ਰਹੇ ਹੁੰਦੇ, ਦੇ ਡਿਮਾਂਡ new words rather than repetitive ones. ਉਹ ਇਹ ਨਹੀਂ ਹੈਗਾ ਬਹੁਤ ਹਾਈ ਫਾਈ ਹੋਣੇ ਚਾਹੀਦੇ ਆ. ਸਿੰਪਲ ਵਰਡਸ ਦੇ ਵਿੱਚ ਆਨਸਰ ਦਿਓ, more than enough ਆ. ਚੌਥੀ ਟਿਪ ਮੇਰੀ ਇਹ ਹੈ, ਕਦੇ ਵੀ ਬਹੁਤ ਸਾਰੇ ਟੀਚਰਸ ਨੂੰ ਫੋਲੋ ਨਾ ਕਰੋ. ਜਿੰਨੇ ਜ਼ਿਆਦਾ ਟੀਚਰਸ ਨੂੰ ਤੁਸੀਂ ਫੋਲੋ ਕਰੋਗੇ ਉਨੀ ਜ਼ਿਆਦਾ ਤੁਹਾਨੂੰ ਕਨਫਿਊਜ਼ਨ ਹੋਊਗੀ. ਸੋ ਗੋ ਬਿਹਾਈਂਡ ਵਨ ਟੀਚਰ ਓਨਲੀ. ਕਦੇ ਵੀ ਇਹ ਨਾ ਸੋਚੋ ਕਿ ਮੈਂ ਕਿਸੇ ਤੋਂ ਨੀਚੇ ਹਾਂ. ਕੰਸੀਡਰ ਯੋਰਸੈਲਫ ਸੁਪੀਰੀਅਰ ਐਂਡ ਤੁਹਾਡਾ ਆਪੇ ਕੌਨਫੀਡੈਂਸ ਰੀਜ਼ ਹੋ ਜਾਊਗਾ. ਆਲ ਅਬਾਊਟ ਆਇਲਸ ਸਪੀਕਿੰਗ ਹੈਜ਼ਿਟੇਸ਼ਨ ਕਿੱਦਾਂ ਤੁਸੀਂ ਇਹਨੂੰ ਰਿਮੂਵ ਕਰ ਸਕਦੇ ਹੋ. ਇਸੇ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਵੀਡੀਓਜ਼ ਲੈ ਕੇ ਟੀਮ ਆਇਲਸ ਕੋਚ ਆਉਂਦੀ ਰਹੂਗੀ, ਤੁਸੀਂ ਫੋਲੋ ਕਰ ਸਕਦੇ ਹੋ ਆਨਸਰਸ ਲੈਣ ਲਈ. ਥੈਂਕ ਯੂ.